ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ। ਮੇਰਾ ਨਾਮ ਲੰਕੇਸ਼ ਤ੍ਰਿਖ ਹੈ। ਮੈਂ ਤੁਹਾਡਾ ਇਸਤਕਬਾਲ ਕਰਦਾ। ਅੱਜ ਦੀ ਜੇ ਗੱਲ ਕੀਤੀ ਜਾਵੇ ਤੇ ਪੂਰੇ ਭਾਰਤ ਦੇ ਵਿੱਚ ਜਾਂ ਕਈ ਦੁਨੀਆ ਦੇ ਹਿੱਸਿਆਂ ਦੇ ਵਿੱਚ ਲੋਕਡਾਊਨ ਚੱਲਦਾ ਪਿਆ ਹੈ। ਲੇਕਿਨ ਅੱਜ ਤੁਹਾਡੇ ਨਾਲ ਮੈਂ ਗੱਲ ਕਰਾਂਗਾ ਉਹਨਾਂ ਤਿੰਨ ਮੁਲਕਾਂ ਦੀ, ਉਹਨਾਂ ਤਿੰਨ ਦੇਸ਼ਾਂ ਦੀ ਜਿਨ੍ਹਾਂ ਨੇ ਲੋਕਡਾਊਨ ਨੂੰ ਹੌਲੀ-ਹੌਲੀ ਕਰਕੇ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਲੇਕਿਨ ਇਹਨਾਂ ਦੇਸ਼ਾਂ ਕੋਲੋਂ ਸਿੱਖਣ ਦੀ ਬੜੀ ਜ਼ਰੂਰਤ ਹੈ, ਕਿਉਂਕਿ ਇਹ ਉਹ ਦੇਸ਼ ਨੇ ਜਿੱਥੇ ਮਹਾਮਾਰੀ ਨੇ ਆਪਣਾ ਕਹਿਰ ਸਭ ਦੇ ਨਾਲੋਂ ਜ਼ਿਆਦਾ ਫੈਲਾਇਆ ਸੀਗਾ। ਮੈਂ ਅੱਜ ਗੱਲ ਕਰਾਂਗਾ ਸਪੇਨ ਦੀ, ਇਟਲੀ ਦੀ ਤੇ ਫਰਾਂਸ ਦੀ। ਲੇਕਿਨ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ, ਸਾਂਝੀ ਕਰਨੀ ਚਾਹੁੰਦਾ। ਬਚਪਨ ਦੇ ਵਿੱਚ ਸਾਨੂੰ ਇੱਕ ਕਹਾਣੀ ਸੁਣਾਇਆ ਕਰਦੇ ਸੀਗੇ ਜਿਹਦਾ ਤੱਥ ਹੁੰਦਾ ਸੀਗਾ, ਅਰਥ ਹੁੰਦਾ ਸੀਗਾ ਕਿ ਸਲੋ ਐਂਡ ਸਟੱਡੀ ਵਿਨਸ ਦਾ ਰੇਸ। ਇਹਦਾ ਮਤਲਬ ਹੁੰਦਾ ਸੀਗਾ ਜਿਹੜਾ ਹੌਲੀ ਹੌਲੀ ਚੱਲਦਾ ਹੈ ਉਹ ਜਿੱਤ ਪ੍ਰਾਪਤ ਕਰ ਲੈਂਦਾ, ਉਹ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ। ਜਿਵੇਂ ਖਰਗੋਸ਼ ਤੇ ਕਛੂਏ ਦੀ ਕਹਾਣੀ ਸਾਨੂੰ ਸੁਣਾਇਆ ਕਰਦੇ ਸੀਗੇ, ਜਿਹਦੇ ਵਿੱਚ ਅੰਤ ਦੇ ਵਿੱਚ ਕਛੂਆ ਜਿਹੜਾ ਹੁੰਦਾ ਸੀਗਾ ਜੇਤੂ ਹੁੰਦਾ ਸੀਗਾ। ਲੇਕਿਨ ਪਹਿਲਾਂ ਮੈਂ ਗੱਲ ਕਰਦਾ ਸਪੇਨ ਦੀ। ਸਪੇਨ ਉਹ ਮੁਲਕ ਹੈ ਜਿੱਥੇ ਯੂਰਪ ਦੇ ਦੇਸ਼ਾਂ ਦੇ ਵਿੱਚ ਜੇ ਉਹਦੀ ਗਿਣਤੀ ਕੀਤੀ ਜਾਵੇ ਸਪੇਨ ਦੀ, ਤੇ ਸਪੇਨ ਦਾ ਜਿਹੜਾ ਲਾਕਡਾਊਨ ਸੀਗਾ ਸਭ ਤੋਂ ਸਟ੍ਰਿਕਟ ਮੰਨਿਆ ਜਾਂਦਾ ਹੈ, ਜਿੱਥੇ ਕਿਸੇ ਵੀ ਤਰ੍ਹਾਂ ਦੀ ਹਿਲਜੁਲ ਕਰਨ ਤੇ ਬਿਲਕੁਲ ਸਖਤਾਈ ਸੀਗੀ। ਕੋਈ ਵੀ ਬੰਦਾ ਘਰੋਂ ਬਾਹਰ ਨਹੀਂ ਜਾ ਸਕਦਾ ਸੀਗਾ। ਸਰਕਾਰਾਂ ਦਾ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਪਹਿਰਾ ਸੀਗਾ। ਲੇਕਿਨ ਹੁਣ ਸਪੇਨ ਦੀ ਜਿਹੜੀ ਸਰਕਾਰ ਹੈਗੀ ਹੈ, ਸਪੇਨ ਦੀ ਸਰਕਾਰ ਨੇ ਇਹ ਚੀਜ਼ ਨੂੰ ਮੰਨਿਆ ਹੈ ਕਿ ਜਿਹੜੇ ਬੱਚੇ 14 ਸਾਲ ਦੀ ਉਮਰ ਤੋਂ ਘੱਟ ਘਰ ਦੇ ਵਿੱਚ 6 ਹਫ਼ਤਿਆਂ ਤੋਂ ਬੰਦ ਸੀਗੇ ਜਾਂ ਚਾਰ ਦੀਵਾਰੀ ਦੇ ਵਿੱਚ ਕੈਦ ਸੀਗੇ, ਉਹਨਾਂ ਦੇ ਲਈ ਇੱਕ ਰਾਹਤ ਭਰੀ ਚੀਜ਼ ਉਹਨਾਂ ਨੇ ਲੈ ਕੇ ਆਏ ਨੇ ਸਾਹਮਣੇ, ਜਿਹਦੇ ਵਿੱਚ ਉਹ ਬੱਚਿਆਂ ਨੂੰ ਹੁਣ ਉਹਨਾਂ ਨੇ ਇਜਾਜ਼ਤ ਦਿੱਤੀ ਹੈ ਕਿ ਦਿਨ ਦੇ 1 ਘੰਟੇ ਲਈ ਉਹ ਆਪਣੇ ਕਿਸੇ ਵੱਡੇ ਦੇ ਨਾਲ ਬਾਹਰ ਜਾ ਸਕਦੇ ਨੇ, ਸਿਰਫ 1 ਘੰਟੇ ਦੇ ਲਈ। ਲੇਕਿਨ ਇਸ ਦੇ ਨਾਲ ਹੀ ਹੋਰ ਬੜੀਆਂ ਚੀਜ਼ਾਂ ਹੈਗੀਆਂ ਨੇ। 26 ਅਪ੍ਰੈਲ ਨੂੰ ਜਿਹੜਾ ਹੈਗਾ ਇਹ ਫੈਸਲਾ ਕੀਤਾ ਗਿਆ ਤੇ ਜੋ ਉੱਥੋਂ ਦੇ ਪ੍ਰਧਾਨ ਮੰਤਰੀ ਹੈਗੇ ਨੇ ਪਾਬਲੋ ਇਗਲੈਸੀਅਸ ਤੇ ਉੱਥੋਂ ਦੇ ਜਿਹੜੇ ਹੈਲਥ ਮਿਨਿਸਟਰ ਹੈਗੇ ਨੇ ਸੈਲਵਾਡੋਰ ਇਲਾ, ਉਹਨਾਂ ਨੇ ਇਸ ਚੀਜ਼ ਦਾ ਫੈਸਲਾ ਕੀਤਾ ਹੈ ਕਿ ਜਿਹੜੇ ਬੱਚੇ 14 ਸਾਲ ਦੀ ਉਮਰ ਤੋਂ ਘੱਟ ਹੈਗੇ ਨੇ, ਜਿਨ੍ਹਾਂ ਦੀ ਉਮਰ 14 ਸਾਲ ਤੋਂ ਘੱਟ ਹੈਗੀ ਹੈ, ਕਿਉਂਕਿ ਜਿਹੜੇ ਬੱਚਿਆਂ ਦੀ ਉਮਰ ਘੱਟ ਹੁੰਦੀ ਹੈ ਉਹਨਾਂ ਦੀ ਜਿਹੜੀ ਇਮਿਊਨਿਟੀ ਸਿਸਟਮ ਹੁੰਦਾ, ਜਿਹੜੀ ਸਾਡੀ ਬਾਡੀ ਦੀ ਤਾਕਤ ਹੁੰਦੀ ਹੈ ਬਿਮਾਰੀ ਦੇ ਨਾਲ ਲੜਨ ਦੇ ਲਈ, ਉਹ ਘੱਟ ਹੁੰਦੀ ਹੈ। ਇਸ ਕਰਕੇ ਇਹ ਫੈਸਲਾ ਲਿੱਤਾ ਗਿਆ ਸੀਗਾ ਕਿ ਜਿਹੜੇ 14 ਸਾਲ ਤੋਂ ਉਮਰ ਦੇ ਘੱਟ ਬੱਚੇ ਨੇ ਉਹ ਘਰਾਂ ਦੇ ਵਿੱਚ ਹੀ ਰਹਿਣਗੇ। ਲੇਕਿਨ ਇਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ, ਉਹ ਸਪੇਨ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਪ੍ਰੋਟੈਸਟ ਹੋਣੇ ਸ਼ੁਰੂ ਹੋ ਗਏ। ਲੋਕਾਂ ਨੇ ਆਵਾਜ਼ਾਂ ਬੁਲੰਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਸਾਡੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਘੱਟੋ ਘੱਟ ਕੁਝ ਸਮੇਂ ਦੇ ਲਈ ਤਾਂ ਤੁਸੀਂ ਕੁਝ ਵਕਤ ਅਜਿਹਾ ਦੇ ਦਿਓ ਜਿਹਦੇ ਵਿੱਚ ਸਾਡੇ ਜਿਹੜੇ ਬੱਚੇ ਹੈਗੇ ਨੇ 1 ਘੰਟੇ ਦੇ ਲਈ ਬਾਹਰ ਚਲੇ ਜਾਣ। ਇਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਪਾਬਲੋ ਇਗਲੈਸੀਅਸ ਤੇ ਹੈਲਥ ਮਿਨਿਸਟਰ ਜਿਹੜੇ ਹੈਗੇ ਨੇ ਸੈਲਵਾਡੋਰ ਇਲਾ, ਉਹਨਾਂ ਨੇ ਫੈਸਲਾ ਕੀਤਾ ਕਿ ਬੱਚਿਆਂ ਨੂੰ 1 ਘੰਟੇ ਦੇ ਲਈ ਉਹਨਾਂ ਦੇ ਜਿਹੜੇ ਮਾਪਿਓ ਹੋਣਗੇ ਉਹ ਬਾਹਰ ਲੈ ਕੇ ਜਾ ਸਕਦੇ ਨੇ। ਲੇਕਿਨ ਇਸ ਤੋਂ ਉੱਪਰ ਉਹਨਾਂ ਨੇ ਇੱਕ ਚੀਜ਼ ਹੋਰ ਜਿਹੜੀ ਕਹੀ, ਉਹ ਇਹ ਕਹੀ ਕਿ ਜੇ ਬੱਚਿਆਂ ਨੂੰ ਤੁਸੀਂ ਬਾਹਰ ਲੈ ਕੇ ਜਾਣਾ 1 ਘੰਟੇ ਦੇ ਲਈ ਤਾਂ ਤੁਸੀਂ ਆਪਣੇ ਜ਼ਰੂਰਤ ਦਾ ਸਮਾਨ ਜੇ ਕਿਸੇ ਦੁਕਾਨ ਤੋਂ ਲੈਣ ਜਾ ਰਹੇ ਹੋ ਜਾਂ ਕਿਸੇ ਸੁਪਰ ਮਾਰਕੀਟ ਤੋਂ ਜਾਂ ਕਿਸੇ ਫਲ ਸਬਜ਼ੀ ਲੈਣ ਜਾ ਰਹੇ ਹੋ ਕਿਤੇ, ਤਾਂ ਹੀ ਤੁਸੀਂ ਬੱਚਿਆਂ ਨੂੰ ਲੈ ਕੇ ਜਾ ਸਕਦੇ ਹੋ। ਹੁਣ ਉੱਥੋਂ ਦੇ ਲੋਕਾਂ ਨੂੰ ਇਹ ਗੱਲ ਵੀ ਬਰਦਾਸ਼ਤ ਨਹੀਂ ਹੋਈ ਕਿ 1 ਘੰਟੇ ਦਾ ਜਿਹੜਾ ਸਮਾਂ ਮਿਲਦਾ ਪਿਆ ਉਹਦੇ ਵਿੱਚ ਵੀ ਜੇ ਅਸੀਂ ਬੱਚਿਆਂ ਨੂੰ ਬਾਹਰ ਲੈ ਕੇ ਜਾ ਸਕਦੇ ਹਾਂ ਤੇ ਉਹ ਸਿਰਫ ਸਮਾਨ ਖਰੀਦਣ ਦੇ ਮਕਸਦ ਦੇ ਨਾਲ ਲੈ ਕੇ ਜਾ ਸਕਦੇ ਹਾਂ। ਇਸ ਤੋਂ ਬਾਅਦ ਉੱਥੇ ਫਿਰ ਪ੍ਰੋਟੈਸਟ ਹੋਣਾ ਸ਼ੁਰੂ ਹੋ ਗਿਆ। ਲੋਕੀ ਆਪਣੀ ਬਾਲਕਨੀਆਂ ਦੇ ਵਿੱਚ ਖੜੇ ਹੋ ਗਏ, ਉਹਨਾਂ ਨੇ ਭਾਂਡੇ ਖੜਕਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਇਹ ਜਿਹੜੀ ਗੱਲ ਸੀਗੀ, ਜਿਹੜੀ ਆਵਾਜ਼ ਸੀਗੀ ਸਰਕਾਰ ਦੇ ਕੰਨਾਂ 'ਚ ਫਿਰ ਪਈ। ਫਿਰ ਸਰਕਾਰ ਨੇ ਆਪਣਾ ਜਿਹੜਾ ਫੈਸਲਾ ਸੀਗਾ ਉਸ ਦੇ ਵਿੱਚ ਥੋੜ੍ਹਾ ਜਿਹਾ ਬਦਲਾਅ ਫਿਰ ਲੈ ਕੇ ਆਈ ਉਹ ਸਰਕਾਰ ਸਪੇਨ ਦੇ ਵਿੱਚ। ਦੁਬਾਰਾ ਇਸ ਚੀਜ਼ ਦੇ ਉੱਤੇ ਉਹਨਾਂ ਨੇ ਫੈਸਲੇ ਨੂੰ ਦੁਬਾਰਾ ਨਿਖਾਰ ਲੈ ਕੇ ਆਏ। ਉਹਦੇ ਵਿੱਚ ਉਹਨਾਂ ਨੇ ਇਹ ਕਹਿਤਾ ਕਿ ਤੁਸੀਂ ਬੱਚਿਆਂ ਨੂੰ 1 ਘੰਟੇ ਦੇ ਲਈ ਬਾਹਰ ਸੈਰ ਕਰਵਾਉਣ ਲੈ ਕੇ ਜਾ ਸਕਦੇ ਹੋ। ਇਹ ਤਾਂ ਗੱਲ ਹੋ ਗਈ ਸਪੇਨ ਦੀ। ਇਸ ਤੋਂ ਬਾਅਦ ਇਟਲੀ ਦੀ ਜਿਹੜੀਆਂ ਖਬਰਾਂ ਸਾਡੇ ਤੱਕ ਜਦੋਂ ਪਹੁੰਚਦੀਆਂ ਸੀਗੀਆਂ ਉਹਦੇ ਵਿੱਚ ਜ਼ਿਆਦਾਤਰ ਇਹੀ ਸੁਣਨ ਨੂੰ ਮਿਲਦਾ ਸੀਗਾ, ਅੱਜ ਫਲਾਣੀ ਜਗ੍ਹਾ ਤੇ ਇੰਨੇ ਹਜ਼ਾਰ ਲੋਕ ਮਰ ਗਏ, ਅੱਜ ਦਾ ਆંકੜਾ ਇਟਲੀ ਦੇ ਵਿੱਚ ਇੰਨਾ ਜ਼ਿਆਦਾ ਵੱਧ ਗਿਆ। ਲੇਕਿਨ ਇਟਲੀ ਅਜਿਹਾ ਮੁਲਕ ਹੈ ਜਿੱਥੇ ਯੂਰਪ ਦੇ ਦੇਸ਼ਾਂ ਦੀ ਜੇ ਮੈਂ ਗੱਲ ਕਰਾਂ, ਯੂਰਪ ਦੇ ਦੇਸ਼ਾਂ ਦੇ ਵਿੱਚ ਇਟਲੀ ਅਜਿਹਾ ਦੇਸ਼ ਹੈਗਾ ਜਿਸ ਨੇ ਸਭ ਤੋਂ ਪਹਿਲਾਂ ਲੋਕਡਾਊਨ ਆਪਣੇ ਦੇਸ਼ ਦੇ ਵਿੱਚ ਲਗਾਇਆ। 9 ਮਾਰਚ ਨੂੰ ਇਟਲੀ ਨੇ ਲੋਕਡਾਊਨ ਦਾ ਜਿਹੜਾ ਸੀਗਾ ਫੈਸਲਾ ਕਰ ਲਿੱਤਾ ਸੀਗਾ। ਇਸ ਤੋਂ ਬਾਅਦ ਉੱਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਨੇ, ਪ੍ਰਧਾਨ ਮੰਤਰੀ ਹੈਗੇ ਨੇ ਜੋਸੇਪੇ ਕੋਂਟੇ, ਉਹਨਾਂ ਨੇ ਹੁਣ ਵੇਖਿਆ ਕਿ ਜਿਹੜੀ ਫਲੈਟਨਿੰਗ ਦਾ ਕਰਵ ਹੁੰਦੀ ਹੈ, ਫਲੈਟਨਿੰਗ ਦਾ ਕਰਵ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਆંકੜਾ ਜਾਂ ਜਿਹੜੀ ਲਕੀਰ ਉੱਪਰ ਨੂੰ ਜਾ ਰਹੀ ਹੁੰਦੀ ਹੈ ਜਿਹਦੇ ਵਿੱਚ ਮੌਤ ਦੇ ਆંકੜੇ ਵੱਧ ਰਹੇ ਹੁੰਦੇ ਨੇ, ਉਹ ਜਿਹੜੀ ਕਰਵ ਹੈਗੀ ਹੈ ਹੁਣ ਉਹ ਥੋੜਾ ਕਰਕੇ ਥੱਲੇ ਨੂੰ ਆ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਜਿਹੜੇ ਆંકੜੇ ਮੌਤ ਦੇ ਇਟਲੀ ਦੇ ਵਿੱਚ ਸੀਗੇ ਉਹਦੇ ਤੇ ਹੁਣ ਹੱਥ ਪੈਣਾ ਸ਼ੁਰੂ ਹੋ ਗਿਆ ਹੋਇਆ। ਉਸ ਨੂੰ ਆਪਣੇ ਤਰੀਕੇ ਦੇ ਨਾਲ ਉੱਥੋਂ ਦੀਆਂ ਸਰਕਾਰਾਂ ਨੇ ਲੋਕਡਾਊਨ ਕਰਕੇ ਉਸ ਚੀਜ਼ ਨੂੰ
ਆਪਣੇ ਤਰੀਕੇ ਦੇ ਨਾਲ ਉਸ ਚੀਜ਼ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਤੇ ਜਿਹੜੇ ਹੁਣ ਆંકੜੇ ਹੈਗੇ ਨੇ ਇਟਲੀ ਦੇ ਵਿੱਚ ਉਹ ਕਿਤੇ ਨਾ ਕਿਤੇ ਰੁਕਣੇ ਸ਼ੁਰੂ ਹੋ ਗਏ ਨੇ, ਵੱਧਦੇ ਨਹੀਂ ਪਏ ਨੇ। ਘੱਟ ਤੋਂ ਘੱਟ ਜਿਹੜੀ ਚੀਜ਼ਾਂ ਵੱਧਦੀਆਂ ਪਈਆਂ ਸੀਗੀਆਂ, ਜਿਵੇਂ ਮੌਤਾਂ ਹੋ ਗਈਆਂ ਜਾਂ ਉਸ ਦੇ ਨਾਲ ਜਿਹੜੇ ਆંકੜੇ ਕਰੋਨਾ ਵਾਇਰਸ ਦੇ ਸੰਕਰਮਿਤ ਜਿਹੜੇ ਲੋਕ ਸੀਗੇ ਉਹਨਾਂ ਦੇ ਆંકੜੇ ਜਿਹੜੇ ਵੱਧਦੇ ਪਏ ਸੀਗੇ, ਹੁਣ ਇਟਲੀ ਦੀ ਸਰਕਾਰ ਨੇ ਕਿਹਾ ਕਿ ਉਹਦੇ ਵਿੱਚ ਤਬਦੀਲੀ ਆਈ ਹੈ, ਜਿਹੜੇ ਆંકੜੇ ਹੈਗੇ ਨੇ ਉਹ ਘਟਣੇ ਸ਼ੁਰੂ ਹੋ ਗਏ ਨੇ। ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਹੈਗੇ ਨੇ ਜੋਸੇਪੇ ਕੋਂਟੇ, ਉਹਨਾਂ ਨੇ ਅਲੱਗ-ਅਲੱਗ ਫੈਸਲੇ ਲਿੱਤੇ ਨੇ, ਜਿਵੇਂ ਕਿ ਲੋਕਡਾਊਨ ਹੌਲੀ-ਹੌਲੀ ਖੋਲਣਗੇ। ਉਹਦੇ ਵਿੱਚ ਜਿਹੜਾ ਅਹਿਮ ਫੈਸਲਾ ਉਹਨਾਂ ਨੇ ਲਿੱਤਾ ਹੈ ਕਿ 4 ਮਈ ਤੋਂ ਉਹਨਾਂ ਨੇ ਕਿਹਾ ਕਿ ਹੋਮ ਡਿਲੀਵਰੀ ਜਿਹੜੀ ਹੈਗੀ ਹੈ, ਜਿਵੇਂ ਕਿ ਸਾਡੇ ਇੱਥੇ ਜ਼ੋਮੈਟੋ ਚੱਲਦਾ, ਸਵੀਗੀ ਚੱਲਦਾ, ਉੱਥੋਂ ਦੀਆਂ ਜਿਹੜੀਆਂ ਜਗ੍ਹਾ ਹੈਗੀਆਂ ਨੇ ਉੱਥੋਂ ਹੋਮ ਡਿਲੀਵਰੀ ਸ਼ੁਰੂ ਹੋ ਜਾਏਗੀ। ਜਿਵੇਂ ਤੁਸੀਂ ਖਾਣ ਪੀਣ ਦਾ ਆਰਡਰ ਬਾਹਰ ਆਪਣੇ ਘਰ ਬੈਠ ਕੇ ਕਰ ਸਕਦੇ ਹੋ। ਉਸ ਤੋਂ ਇਲਾਵਾ ਉੱਥੋਂ ਦੇ ਜਿਹੜੇ ਰੈਸਟੋਰੈਂਟਸ ਹੈਗੇ ਨੇ ਉਹ ਖੁੱਲ੍ਹ ਸਕਦੇ ਨੇ ਜੂਨ 1 ਤੋਂ ਬਾਅਦ। 1 ਜੂਨ ਤੋਂ ਬਾਅਦ ਉੱਥੋਂ ਦੇ ਜਿਹੜੇ ਰੈਸਟੋਰੈਂਟਸ ਹੋ ਜਾਣਗੇ ਜਾਂ ਕੈਫੇਟੇਰੀਆਜ਼ ਹੋ ਜਾਣਗੇ ਉਹ ਖੁੱਲ੍ਹਣੇ ਸ਼ੁਰੂ ਹੋ ਜਾਣਗੇ। ਇਹ ਇਟਲੀ ਦੀ ਸਰਕਾਰ ਨੇ ਫੈਸਲਾ ਲਿੱਤਾ। ਉੱਥੋਂ ਦੇ ਪ੍ਰਧਾਨ ਮੰਤਰੀ ਜੋਸੇਪੇ ਕੋਂਟੇ ਨੇ ਇਹ ਫੈਸਲਾ ਉਦੋਂ ਲਿੱਤਾ ਜਦੋਂ ਉਹਨਾਂ ਨੂੰ ਤਬਦੀਲੀਆਂ ਨਜ਼ਰ ਆਈਆਂ, ਜਦੋਂ ਉਹਨਾਂ ਨੂੰ ਇਹ ਸਮਝ ਆ ਗਈ ਕਿ ਹੁਣ ਜਿਹੜੇ ਆંકੜੇ ਹੈਗੇ ਨੇ ਮੌਤਾਂ ਦੇ ਜਾਂ ਕਰੋਨਾ ਵਾਇਰਸ ਦੇ ਸੰਕਰਮਿਤ ਜਿਹੜੇ ਪੇਸ਼ੈਂਟ ਹੈਗੇ ਨੇ, ਬਿਮਾਰ ਹੈਗੇ ਨੇ, ਉਹਨਾਂ ਦੇ ਵਿੱਚ ਜਿਹੜੇ ਹੈਗੀ ਹੈ ਗਿਰਾਵਟ ਆ ਰਹੀ ਹੈ। ਫਿਰ ਅਖੀਰਲਾ ਜਿਹੜਾ ਦੇਸ਼ ਹੈਗਾ ਯੂਰਪ ਦੇ ਵਿੱਚ ਜਿਹਦੀ ਮੈਂ ਗੱਲ ਕਰਾਂਗਾ ਉਹ ਹੈਗਾ ਤੀਜਾ ਦੇਸ਼ ਫਰਾਂਸ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਵੀ ਫੈਸਲਾ ਲਿੱਤਾ ਹੈ। ਫਰਾਂਸ ਦੀ ਸਰਕਾਰ ਨੇ ਇਸ ਚੀਜ਼ ਦਾ ਫੈਸਲਾ ਲਿੱਤਾ ਹੈ ਕਿ 11 ਮਈ ਤੋਂ ਸਕੂਲ ਜਿਹੜੇ ਹੈਗੇ ਨੇ ਬੱਚਿਆਂ ਦੇ ਉਹ ਖੋਲ ਦਿੱਤੇ ਜਾਣਗੇ, ਉਹ ਖੁੱਲ੍ਹਣੇ ਸ਼ੁਰੂ ਹੋ ਜਾਣਗੇ ਤੇ ਬੱਚੇ ਵਾਪਸ ਜਿਹੜੀ ਆਪਣੀ ਪੜ੍ਹਾਈ ਹੈਗੀ ਆ ਉਸ ਨੂੰ ਪੂਰੀ ਕਰ ਸਕਦੇ ਨੇ। ਇਸ ਤੋਂ ਇਲਾਵਾ 17 ਵੱਖਰੀਆਂ ਪ੍ਰਾਇਓਰਿਟੀਜ਼ ਰੱਖੀਆਂ ਗਈਆਂ ਨੇ। ਪ੍ਰਾਇਓਰਿਟੀਜ਼ ਤੋਂ ਮੇਰਾ ਮਤਲਬ ਹੈਗਾ ਜਿਹੜੀਆਂ 17 ਜ਼ਰੂਰਤ ਦੀਆਂ ਚੀਜ਼ਾਂ ਹੈਗੀਆਂ ਨੇ ਉਹਨਾਂ ਦੇ ਉੱਤੇ ਤਵੱਜੋ ਦਿੱਤੀ ਗਈ ਹੈ, ਜਿਵੇਂ ਕਿ ਦੁਕਾਨਾਂ ਹੋ ਗਈਆਂ ਜਾਂ ਨਾਈ ਦੀਆਂ ਦੁਕਾਨਾਂ ਹੋ ਗਈਆਂ ਜਾਂ ਮਲਟੀਪਲੈਕਸ ਹੋ ਗਏ, ਮਾਲਸ ਹੋ ਗਏ। ਇਹਨਾਂ ਸਾਰੀਆਂ ਚੀਜ਼ਾਂ ਨੂੰ 11 ਮਈ ਤੋਂ ਬਾਅਦ ਖੋਲ੍ਹਣ ਦਾ ਜਿਹੜਾ ਹੈਗਾ ਉਹਨਾਂ ਨੇ ਫੈਸਲਾ ਲੈ ਲਿੱਤਾ ਫਰਾਂਸ ਦੀ ਸਰਕਾਰ ਨੇ। ਹੁਣ ਇਹ 3 ਦੇਸ਼ਾਂ ਦੇ ਕੋਲੋਂ ਸਾਨੂੰ ਸਿੱਖਣ ਦੀ ਕੀ ਜ਼ਰੂਰਤ ਹੈ? ਇਹਨਾਂ 3 ਦੇਸ਼ਾਂ ਦੇ ਕੋਲੋਂ ਅਸੀਂ ਇਹ ਸਿੱਖ ਸਕਦੇ ਹਾਂ ਕਿ ਜੇ ਲੋਕਡਾਊਨ ਨੂੰ ਚੰਗੀ ਤਰ੍ਹਾਂ ਮੰਨਿਆ ਜਾਵੇ, ਜਿਵੇਂ ਕਿ ਸਪੇਨ ਦੇ ਲੋਕਾਂ ਨੇ ਮੰਨਿਆ, ਇਟਲੀ ਦੇ ਲੋਕਾਂ ਨੇ ਮੰਨਿਆ, ਫਰਾਂਸ ਦੇ ਲੋਕਾਂ ਨੇ ਮੰਨਿਆ, ਉੱਥੇ ਜਿਹੜੀ ਹੈਗੀ ਹੈ ਗਿਰਾਵਟ ਹੋਣੀ ਸ਼ੁਰੂ ਹੋ ਗਈ। ਲੋਕਡਾਊਨ ਦੇ ਜਿਹੜੇ ਨਿਯਮ ਹੁੰਦੇ ਨੇ ਉਹਦੇ ਵਿੱਚ ਤੁਸੀਂ ਸਮਾਜਿਕ ਦੂਰੀ ਬਣਾ ਕੇ ਰੱਖਣੀ ਹੈ, 4 ਦੀਵਾਰੀ ਦੇ ਵਿੱਚ ਬਹਿਣਾ। ਹੁਣ ਜਦੋਂ ਲੋਕ ਆਪਣੀ 4 ਦੀਵਾਰੀ ਦੇ ਵਿੱਚ ਆਰਾਮ ਦੇ ਨਾਲ, ਇਤਮਾਨਾਨ ਦੇ ਨਾਲ ਘਰੇ ਬੈਠਣਗੇ, ਉਸ ਤੋਂ ਬਾਅਦ ਆંકੜਿਆਂ ਦੇ ਵਿੱਚ ਆਟੋਮੈਟਿਕਲੀ ਗਿਰਾਵਟ ਆਣੀ ਸ਼ੁਰੂ ਹੋ ਜਾਏਗੀ। ਭਾਵੇਂ ਫਿਰ ਉਹ ਸਪੇਨ ਦੀ ਗੱਲ ਹੋਵੇ ਜਿੱਥੇ ਪਾਬਲੋ ਇਗਲੇਸੀਅਸ ਉੱਥੋਂ ਦੇ ਪ੍ਰਧਾਨ ਮੰਤਰੀ ਹੈਗੇ ਨੇ, ਇਟਲੀ ਦੀ ਗੱਲ ਹੋਵੇ ਜਿੱਥੇ ਜੋਸੇਪੇ ਕੋਂਟੇ ਉੱਥੋਂ ਦੇ ਪ੍ਰਧਾਨ ਮੰਤਰੀ ਹੈਗੇ ਨੇ, ਜਾਂ ਫਰਾਂਸ ਦੀ ਗੱਲ ਹੋਵੇ। ਇਹਨਾਂ ਸਾਰੇ ਮੁਲਕਾਂ ਨੇ ਫੈਸਲਾ ਲਿੱਤਾ ਹੈ ਕਿ ਹੁਣ ਲੋਕਡਾਊਨ ਨੂੰ ਹੌਲੀ-ਹੌਲੀ ਕਰਕੇ ਖੋਲ੍ਹਣਾ ਸ਼ੁਰੂ ਕਰ ਦਿੱਤਾ ਜਾਏਗਾ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਜਿਹੜੀ ਇਕਨੋਮੀ ਹੈਗੀ ਆ ਜਾਂ ਅਰਥ ਵਿਵਸਥਾ ਹੈਗੀ ਆ ਪੂਰੇ ਦੇਸ਼ਾਂ ਦੀ, ਉਹ ਵਿਗੜਨੀ ਸ਼ੁਰੂ ਹੋ ਗਈ ਹੋਈ ਹੈ, ਬਹੁਤ ਡਾਊਨ ਜਾ ਰਹੀ ਹੈ। GDP ਦਾ ਜਿਹੜਾ ਲੈਵਲ ਹੈਗਾ ਉਹ ਵੀ ਗਿਰਨਾ ਸ਼ੁਰੂ ਹੋ ਗਿਆ। ਇਸ ਕਰਕੇ ਇਹਨਾਂ ਦੇਸ਼ਾਂ ਨੇ ਹੁਣ ਲੋਕਡਾਊਨ ਤੋਂ ਜੋ ਇਹਨਾਂ ਨੂੰ ਹਾਸਲ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਇਹਨਾਂ ਨੇ ਪ੍ਰਾਇਓਰਿਟੀਜ਼ ਰੱਖੀਆਂ ਨੇ, ਜਿਹੜੀਆਂ ਚੀਜ਼ਾਂ ਨੂੰ ਅਹਿਮ ਮੰਨਦੇ ਨੇ, ਜਿਵੇਂ ਫਰਾਂਸ ਦੇ ਵਿੱਚ ਸਕੂਲ ਖੋਲ੍ਹ ਦਿੱਤੇ ਜਾਣਗੇ 11 ਮਈ ਤੋਂ ਬਾਅਦ, ਜਾਂ ਇਟਲੀ ਦੇ ਵਿੱਚ ਜੂਨ 1 ਤੋਂ ਰੈਸਟੋਰੈਂਟ ਖੋਲ੍ਹ ਦਿੱਤੇ ਜਾਣਗੇ, ਤੇ ਸਪੇਨ ਦੇ ਵਿੱਚ ਜਿਵੇਂ ਬੱਚਿਆਂ ਨੂੰ ਅੰਦਰ ਤਾੜ ਕੇ ਰੱਖਿਆ ਹੋਇਆ ਸੀਗਾ ਕਿ 6 ਹਫ਼ਤੇ ਲਗਾਤਾਰ ਉਹਨਾਂ ਨੂੰ ਘਰੇ ਹੀ ਬੈਠਣਾ ਪਿਆ, ਉੱਥੋਂ ਦੀਆਂ ਸਰਕਾਰਾਂ ਨੇ ਇਹ ਕਹਿ ਦਿੱਤਾ ਹੈ ਕਿ ਤੁਸੀਂ ਹੁਣ ਬੱਚਿਆਂ ਨੂੰ ਆਪਣੇ 1 ਘੰਟੇ ਲਈ ਬਾਹਰ ਲੈ ਕੇ ਆ ਸਕਦੇ ਹੋ, ਸੈਰ ਦੇ ਲਈ ਲੈ ਕੇ ਆ ਸਕਦੇ ਹੋ। ਸੋ ਅਰਨੌਡ ਬਰਨੌਟ ਹੈਗੇ ਨੇ ਹੈਡ ਆਫ ਹੈਲਥ ਐਂਡ ਵਰਲਡ ਇਕੋਨੋਮਿਕ ਫੋਰਮ ਹੈਲਥ ਕੇਅਰ ਦੇ। ਉਹ ਕਹਿੰਦੇ ਨੇ ਕਿ ਜੇ ਤੁਸੀਂ ਕਰੋਨਾ ਵਾਇਰਸ ਨੂੰ ਖਤਮ ਕਰਨਾ ਹੈ ਤਾਂ ਫਿਰ ਤੁਹਾਨੂੰ ਇੱਕ ਚੀਜ਼ ਦਾ ਬੜਾ ਧਿਆਨ ਰੱਖਣਾ ਪਏਗਾ ਕਿ ਜੇ ਲੋਕਡਾਊਨ ਖੁੱਲ੍ਹਦਾ ਵੀ ਪਿਆ ਫਿਰ ਵੀ ਤੁਹਾਨੂੰ ਨਿਗਰਾਨੀ ਬਣਾ ਕੇ ਰੱਖਣੀ ਪਏਗੀ। ਭਾਵੇਂ ਇਹਨਾਂ ਦੇਸ਼ਾਂ ਦੇ ਵਿੱਚ ਲੋਕਡਾਊਨ ਹੌਲੀ-ਹੌਲੀ ਖੁੱਲ੍ਹਦਾ ਪਿਆ, ਲੇਕਿਨ ਵਰਲਡ ਇਕੋਨੋਮਿਕ ਜਿਹੜੀ ਫੋਰਮ ਹੈਗੀ ਆ ਉੱਥੋਂ ਦੇ ਜਿਹੜੇ ਹੈਡ ਆਫ ਹੈਲਥ ਐਂਡ ਹੈਲਥ ਕੇਅਰ ਨੇ, ਉਹਨਾਂ ਨੇ ਇਸ ਚੀਜ਼ ਦੇ ਉੱਤੇ ਕਿਹਾ ਕਿ ਜਿਹੜੇ ਬਜ਼ੁਰਗ ਲੋਕ ਹੈਗੇ ਨੇ ਜਾਂ ਜਿਹੜੇ ਬੱਚੇ ਹੈਗੇ ਨੇ, ਜਾਂ ਜਿਵੇਂ ਲੋਕਡਾਊਨ ਖੁੱਲ੍ਹੇਗਾ ਉਹਦੇ ਵਿੱਚ ਸਾਨੂੰ ਨਜ਼ਰ ਅੰਦਾਜ਼ ਨਹੀਂ ਕਰਨੀਆਂ ਚੀਜ਼ਾਂ, ਆਪਣੀ ਨਿਗਰਾਨੀ ਦੇ ਵਿੱਚ ਚੀਜ਼ਾਂ ਨੂੰ ਰੱਖਣ ਦੀ ਬੜੀ ਜ਼ਰੂਰਤ ਹੈ। ਸੋ ਸਪੇਨ, ਇਟਲੀ ਤੇ ਫਰਾਂਸ, ਇਹ ਜਿਹੜੇ 3 ਮੁਲਕ ਹੈਗੇ ਨੇ, ਇਹਨਾਂ ਕੋਲੋਂ ਸਾਨੂੰ ਸਿੱਖਣ ਦੀ ਬੜੀ ਜ਼ਰੂਰਤ ਹੈ। ਲੋਕਡਾਊਨ ਇੱਥੇ ਕਾਮਯਾਬ ਹੋਇਆ ਤਾਂ ਕਿਤੇ ਜਾ ਕੇ ਇੱਥੋਂ ਦੀਆਂ ਸਰਕਾਰਾਂ ਨੇ ਇਹ ਫੈਸਲਾ ਕੀਤਾ ਕਿ ਹੁਣ ਲੋਕਡਾਊਨ ਨੂੰ ਹੌਲੀ-ਹੌਲੀ ਕਰਕੇ ਖੋਲ੍ਹ ਦਿੱਤਾ ਜਾਏਗਾ। ਅਲੱਗ-ਅਲੱਗ ਫੈਸਲੇ ਲਿੱਤੇ ਨੇ। ਫਰਾਂਸ ਦੀ ਸਰਕਾਰ ਨੇ ਅਲੱਗ ਫੈਸਲਾ ਲਿੱਤਾ, ਇਟਲੀ ਦੀ ਸਰਕਾਰ ਨੇ ਅਲੱਗ ਫੈਸਲਾ ਲਿੱਤਾ, ਸਪੇਨ ਦੀ ਸਰਕਾਰ ਨੇ ਬਿਲਕੁਲ ਅਲੱਗ ਫੈਸਲਾ ਲਿੱਤਾ। ਸੋ ਲੋਕਡਾਊਨ ਦੇ ਵਿੱਚ ਤੁਸੀਂ ਵੀ ਹੈਗੇ ਹੋ, ਲੇਕਿਨ ਜੇ ਤੁਸੀਂ ਚਾਹੁੰਦੇ ਹੋ ਕਿ ਲੋਕਡਾਊਨ ਵਰਗੀ ਚੀਜ਼ ਜਿਹੜੀ ਹੈਗੀ ਹੈ ਤੁਹਾਡੀ ਜ਼ਿੰਦਗੀ ਤੋਂ ਬਾਹਰ ਦਾ ਰਸਤਾ ਜੇ ਉਹਨੂੰ ਦਿਖਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਲੋਕਡਾਊਨ ਦੇ ਜਿਹੜੇ ਨਿਯਮ ਹੈਗੇ ਨੇ ਉਹਨਾਂ ਦੀ ਪਾਲਣਾ ਕਰਨੀ ਪਏਗੀ। ਇਸ ਕਰਕੇ ਤੁਹਾਨੂੰ ਇਹਨਾਂ 3 ਮੁਲਕਾਂ ਦਾ ਜਿਹੜਾ ਉਦਾਹਰਨ ਸੀਗਾ
ਦੇਣਾ ਬੜਾ ਜ਼ਰੂਰੀ ਸੀ, ਕਿਉਂਕਿ ਉੱਥੋਂ ਦੀਆਂ ਸਰਕਾਰਾਂ ਨੇ ਹੁਣ ਵੇਖ ਲਿੱਤਾ ਹੈ ਕਿ ਇੱਥੋਂ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੇ ਲੋਕਡਾਊਨ ਦੀ ਪੂਰੀ ਪਾਲਣਾ ਕੀਤੀ ਹੈ, ਲੋਕਡਾਊਨ ਨੂੰ ਮੰਨਿਆ ਤੇ ਉੱਥੋਂ ਦੇ ਆંકੜਿਆਂ ਦੇ ਵਿੱਚ ਗਿਰਾਵਟ ਆਈ ਹੈ। ਕਰੋਨਾ ਸੰਕਰਮਿਤ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਆંકੜਿਆਂ ਦੇ ਵਿੱਚ ਗਿਰਾਵਟ ਆਈ ਹੈ। ਜਿੱਥੇ ਮੌਤ ਦੇ ਆંકੜੇ ਵੱਧਦੇ ਹੀ ਚਲੇ ਜਾ ਰਹੇ ਸੀਗੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਣੇ ਸ਼ੁਰੂ ਹੋ ਗਏ ਸੀਗੇ, ਲੱਖਾਂ ਦੀ ਗਿਣਤੀ ਦੇ ਵਿੱਚ ਆਣੇ ਸ਼ੁਰੂ ਹੋ ਗਏ ਸੀਗੇ, ਉਹ ਘਟ ਕੇ ਬਹੁਤ ਘੱਟ ਹੋਣੇ ਸ਼ੁਰੂ ਹੋ ਚੁੱਕੇ ਨੇ। ਸੋ ਰੋਜ਼ਾਨਾ ਸਪੋਕਸਮੈਨ ਤੇ ਇਹਨਾਂ 3 ਮੁਲਕਾਂ ਦੇ ਬਾਰੇ ਤੁਹਾਡੇ ਨਾਲ ਡਿਸਕਸ ਕਰਨਾ, ਇਹਨਾਂ ਚੀਜ਼ਾਂ ਤੇ ਚਿੰਤਨ ਕਰਨ ਦਾ ਸਿਰਫ ਇੱਕੋ ਇੱਕ ਮਕਸਦ ਸੀਗਾ ਕਿ ਤੁਸੀਂ ਇਹਨਾਂ ਮੁਲਕਾਂ ਤੋਂ ਸਿੱਖੋ ਕਿ ਲੋਕਡਾਊਨ ਨੂੰ ਜੇ ਮੰਨੋਗੇ ਤੇ ਸਰਕਾਰਾਂ ਆਪਣੇ ਆਪ ਚੀਜ਼ਾਂ ਨੂੰ ਠੀਕ ਕਰਨੀਆਂ ਸ਼ੁਰੂ ਕਰ ਦੇਣਗੀਆਂ। ਸੋ ਰੋਜ਼ਾਨਾ ਸਪੋਕਸਮੈਨ ਤੇ ਤੁਸੀਂ ਹੋਰ ਵੀ ਅਪਡੇਟਸ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ। ਇਹ ਵੀਡੀਓ ਜਿਹੜੀ ਹੈਗੀ ਹੈ ਜਿਹਦੇ ਵਿੱਚ 3 ਮੁਲਕਾਂ ਦੇ ਬਾਰੇ ਤੁਹਾਨੂੰ ਬਿਲਕੁਲ ਦੱਸਿਆ ਗਿਆ, ਇਸ ਵੀਡੀਓ ਨੂੰ ਹੋਰ ਵੀ ਲੋਕਾਂ ਤੱਕ ਪਹੁੰਚਾਓ ਤਾਂ ਕਿ ਜਿਹੜਾ ਇਹ ਸੁਚੱਜਾ ਵਿਚਾਰ ਹੈਗਾ ਲੋਕਡਾਊਨ ਦਾ ਇਹ ਹੋਰ ਵੀ ਲੋਕਾਂ ਤੱਕ ਪਹੁੰਚੇ ਤੇ ਲੋਕ ਇਸ ਦੀ ਪਾਲਣਾ ਕਰਨ। ਪਰ ਫਿਲਹਾਲ ਮੈਨੂੰ ਦਵੋ ਇਜਾਜ਼ਤ, ਰੱਬ ਤੁਹਾਡੀ ਖੈਰ ਕਰੇ।